हेलो बच्चों, किवें हो तुसीं सारे। आई होप यू ऑल आर वेल, स्टेइंग सेफ एट योर होम्स। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਬਾਊਟ ਸੈਕੰਡ ਯੂਨਿਟ ਦਾ ਜਿਹੜਾ ਸੈਕੰਡ ਚੈਪਟਰ ਹੈ, ਦੈਟ ਇਜ਼ ਮੋਸ਼ਨ ਇਨ ਅ ਪਲੇਨ। ਵਨ ਡਾਇਮੈਂਸ਼ਨਲ ਮੋਸ਼ਨ ਅਸੀਂ ਕਾਫੀ ਹੱਦ ਤੱਕ ਕਵਰ ਕਰ ਲਿਆ ਹੈ। ਉਹਦੇ ਜਿੰਨੇ ਵੀ ਥਿਓਰੈਟੀਕਲ ਐਸਪੈਕਟਸ ਸੀਗੇ ਉਹ ਸਾਰੇ ਡਿਸਕਸ ਕਰ ਲਏ ਨੇ। ਥੋੜਾ ਬਹੁਤ numerical ਜਿਹੜੇ ਨੇ based on this graphical representation ਉਹ ਅਸੀਂ ਡਿਸਕਸ ਕਰਨੇ ਨੇ, so that we will do as and when we progress. But let us start with the theoretical discussion of motion in a plane. Plane ਦਾ ਮਤਲਬ ਹੁੰਦਾ ਹੈ two dimensions। ਤਾਂ ਇਸ ਡਿਸਕਸ਼ਨ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਚੀਜ਼ ਅਸੀਂ ਡਿਸਕਸ ਕਰਨੀ ਹੈ ਉਹ ਹੈ ਵੈਕਟਰਸ। ਹੁਣ ਵੈਕਟਰ ਕੀ ਹੈ? The answer है vector algebra basically it's a branch of mathematics। ये mathematics दी एक branch है, but इसनों असी सब तो ज़्यादा use करते हैं physics दे विच to understand quantities। देखो उन जदों गल चल रही है quantities दी, ता based on this concept असी quantities नूं दो तरीके दे नाल bifurcate किया होया है। एक ਹੁੰਦੀਆਂ ਨੇ स्केलर क्वांटिटीज ਤੇ ਦੂਸਰੀਆਂ ਹੁੰਦੀਆਂ ਨੇ ਵੈਕਟਰ ਕੁਆਂਟੀਟੀਜ਼। स्केलर क्वांटिटीज ਕਿਹੜੀਆਂ ਹੁੰਦੀਆਂ ਨੇ? ਤਾਂ ਉਹ ਵਾਲੀਆਂ ਕੁਆਂਟੀਟੀਜ਼ ਜਿਨ੍ਹਾਂ ਨੂੰ ਐਕਸਪ੍ਰੈਸ ਕਰਨ ਦੇ ਲਈ ਸਿਰਫ ਮੈਗਨੀਟਿਊਡ ਪਾਰਟ ਹੀ ਸਫੀਸ਼ੀਐਂਟ ਹੁੰਦਾ ਹੈ ਤੇ ਡਾਇਰੈਕਸ਼ਨਲ ਕਨਸੈਪਟਸ ਨੂੰ ਅਸੀਂ ਕੰਸੀਡਰ ਨਹੀਂ ਕਰਦੇ। दैट मीन्स कि ਉਹ ਵਾਲੀਆਂ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦਾ ਮੈਗਨੀਟਿਊਡ ਤਾਂ ਹੁੰਦਾ ਹੀ ਹੁੰਦਾ ਹੈ ਬਟ ਡਾਇਰੈਕਸ਼ਨ ਕੋਈ ਸਪੈਸੀਫਾਈਡ ਨਹੀਂ ਹੁੰਦੀ, ਉਹਨਾਂ ਕੁਆਂਟੀਟੀਜ਼ ਨੂੰ ਅਸੀਂ ਸਕੇਲਰ ਕੁਆਂਟੀਟੀਜ਼ ਕਹਿੰਦੇ ਆ। ਲਾਈਕ ਸਾਡੇ ਲਈ ਇੱਕ ਟਰਮ ਹੈ ਡਿਸਟੈਂਸ। ਡਿਸਟੈਂਸ ਜਦੋਂ ਅਸੀਂ ਵੀ ਡਿਫਾਈਨ ਕੀਤੀ ਸੀ ਤਾਂ ਉਸ ਟਾਈਮ ਤੇ ਅਸੀਂ ਸਿਰਫ ਤੇ ਸਿਰਫ ਲੈਂਥ ਬਾਰੇ ਕੰਸਰਨ ਸੀਗੇ ਕਿ ਕਿੰਨੀ ਐਕਚੁਅਲ ਪਾਥ ਲੈਂਥ ਟਰੈਵਲ ਕੀਤੀ, ਅਸੀਂ ਡਾਇਰੈਕਸ਼ਨ ਦਾ ਜ਼ਿਕਰ ਨਹੀਂ ਕਰ ਰਹੇ ਸੀਗੇ। ਤਾਂ ਇਹੋ ਜਿਹੀਆਂ ਕੁਆਂਟੀਟੀਜ਼ ਨੂੰ ਸਕੇਲਰ ਕੁਆਂਟੀਟੀਜ਼ ਕਿਹਾ ਜਾਂਦਾ ਹੈ। ਲਾਈਕ ਸਪੀਡ ਆਲਸੋ, ਤਾਂ ਸਪੀਡ ਵੀ ਜਿਹੜੀ ਹੈ ਉਹ ਇੱਕ ਸਕੇਲਰ ਕੁਆਂਟੀਟੀ ਹੈ। ਹੁਣ ਉਹ ਵਾਲੀਆਂ ਕੁਆਂਟੀਟੀਜ਼ ਜਿਨ੍ਹਾਂ ਚ ਮੈਗਨੀਟਿਊਡ ਤਾਂ ਜ਼ਰੂਰੀ ਹੈ ਹੀ ਹੈ, ਬਟ ਅਲੋਂਗ ਵਿਦ ਦੈਟ ਯੂ ਨੀਡ ਟੂ ਸਪੈਸੀਫਾਈ देयर डायरेक्शन। ਤੁਹਾਨੂੰ ਉਹਨਾਂ ਦੀ ਡਾਇਰੈਕਸ਼ਨ ਵੀ ਸਪੈਸੀਫਾਈ ਕਰਨੀ ਪੈਂਦੀ ਹੈ। ਇਹੋ ਜਿਹੀਆਂ ਕੁਆਂਟੀਟੀਜ਼ ਨੂੰ ਅਸੀਂ ਕਹਿੰਦੇ ਆ ਵੈਕਟਰ ਕੁਆਂਟੀਟੀਜ਼, ਰਾਈਟ। ਤਾਂ ਹੁਣ ਕੋਈ ਸਕੇਲਰ ਕੁਆਂਟੀਟੀ ਹੈ, ਮੰਨ ਲਓ ਕੋਈ ਕੁਆਂਟੀਟੀ ਦਾ ਮੈਗਨੀਟਿਊਡ a ਹੈ, ਤਾਂ ਉਹ ਉਸ ਨੂੰ ਜਦੋਂ ਅਸੀਂ ਸਕੇਲਰ ਫਾਰਮ ਚ ਰਿਪਰੈਜ਼ੈਂਟ ਕਰਨਾ ਹੈ ਤਾਂ ਅਸੀਂ ਸਿੰਪਲੀ ਇਸ ਤਰ੍ਹਾਂ ਲਿਖ ਦਿਆ ਕਰਾਂਗੇ ਲਾਈਕ a। ਬਟ ਜਦੋਂ ਅਸੀਂ ਕਿਸੇ क्वांटिटी ਨੂੰ ਵੈਕਟਰ ਫਾਰਮੈਟ ਚ ਐਕਸਪ੍ਰੈਸ ਕਰਨਾ ਹੈ, that means ਤੁਸੀਂ ਉਸ ਦੇ ਮੈਗਨੀਟਿਊਡ ਦਾ ਵੀ ਕੰਸੀਡਰੇਸ਼ਨ ਲੈਣਾ ਹੈ, ਤਾਂ ਤੁਸੀਂ ਉਸ ਕੁਆਂਟੀਟੀ ਨੂੰ ਲਿਖ ਕੇ ਜੋ ਵੀ ਮੈਜ਼ਰਮੈਂਟ ਹੈ ਉਸ ਦੇ ਉੱਪਰ ਇਸ ਤਰ੍ਹਾਂ ਐਰੋ ਹੈਡ ਬਣਾ ਦੇਣਾ ਹੈ। ਜਦੋਂ ਵੀ ਅਸੀਂ ਕਿਸੇ ਵੈਕਟਰ ਕੁਆਂਟੀਟੀ ਨੂੰ ਰਿਪਰੈਜ਼ੈਂਟ ਕਰਿਆ ਕਰਾਂਗੇ ਤਾਂ ਵੈਕਟਰ ਰਿਪਰੈਜ਼ੈਂਟੇਸ਼ਨ ਕਰਨ ਦੇ ਲਈ ਆ ਐਰੋ ਜਿਹੜਾ ਹੈ ਇਹ ਜ਼ਰੂਰੀ ਹੈ। ਇਹ ਤੀਰ ਜਿਹੜਾ ਹੈ ਇਹ ਅਸੀਂ ਰਿਪਰੈਜ਼ੈਂਟ ਕਰਨਾ ਹੈ। ਤੁਸੀਂ ਦੇਖ ਸਕਦੇ ਹੋ ਜਸਟ ਲਾਈਕ ਦਿਸ ਐਰੋ। ਹੁਣ ਇਹ ਵਾਲਾ ਜਿਹੜਾ ਐਰੋ ਹੈ ਇਹ ਇੱਕ ਵੈਕਟਰ ਹੈ। ਕਿਸ ਤਰ੍ਹਾਂ? ਤੁਸੀਂ ਦੇਖੋ ਇਸ ਦੇ ਵਿੱਚ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ ਹਮੇਸ਼ਾ ਸੋਚਣੀਆਂ ਨੇ। ਉਰੋਂ ਦੀ ਲੈ ਕੇ ਉਰੇ ਤੱਕ ਜਿਹੜੀ ਇਹ ਪਾਰਟ ਹੈ ਇਸ ਨੂੰ ਅਸੀਂ ਇਹਦਾ ਕਹਾਂਗੇ ਮੈਗਨੀਟਿਊਡ ਪਾਰਟ, ਔਰ ਇਹ ਜਿਹੜਾ ਪੁਆਇੰਟਡ ਐਂਡ ਹੈ ਇਹ ਜਿੱਧਰ ਨੂੰ ਦੇਖ ਰਿਹਾ ਹੈ ਉਸ ਤਰਫ ਇਸ ਫਿਜ਼ੀਕਲ ਕੁਆਂਟੀਟੀ ਦੀ ਡਾਇਰੈਕਸ਼ਨ ਹੋਏਗੀ। ਤਾਂ ਇੱਕ ਵੈਕਟਰ ਨੂੰ ਰਿਪਰੈਜ਼ੈਂਟ ਕਰਨ ਦਾ ਬੈਸਟ ਤਰੀਕਾ ਇਹ ਹੈ, ਯੂ ਟੇਕ ਐਨ ਐਰੋ ਐਂਡ ਥਿੰਕ ਲਾਈਕ ਦਿਸ ਇਜ਼ ਹਾਊ ਵੀ ਰਿਪਰੈਜ਼ੈਂਟ ਅ ਵੈਕਟਰ ਔਰ ਵੈਕਟਰ ਕੁਆਂਟੀਟੀ। ਤਾਂ ਜਦੋਂ ਅਸੀਂ ਫਿਜ਼ੀਕਲ ਕੁਆਂਟੀਟੀਜ਼ ਨੂੰ ਐਜ਼ ਵੈਕਟਰ ਸਿੰਬਲਾਈਜ਼ ਕਰਨਾ ਹੈ ਤਾਂ ਉਸ ਫਿਜ਼ੀਕਲ ਕੁਆਂਟੀਟੀ ਦਾ ਜੋ ਵੀ ਨਾਮ ਹੋਏਗਾ, ਜੋ ਵੀ ਸਿੰਬਲ ਹੋਏਗਾ, ਉਸ ਦੇ ਉੱਪਰ ਅਸੀਂ ਇੱਕ ਐਰੋ ਇਸ ਤਰ੍ਹਾਂ ਰਿਪਰੈਜ਼ੈਂਟ ਕਰ ਦਿਆ ਕਰਾਂਗੇ। ਹੁਣ ਇਸ ਐਰੋ ਨੂੰ ਥੋੜਾ ਜਿਹਾ ਹੋਰ ਸਮਝੋ। ਇਹ ਵਾਲਾ ਜਿਹੜਾ ਪਾਰਟ ਹੈ ਜਿਹੜਾ ਪੁਆਇੰਟਡ ਐਂਡ ਹੈ, ਇਸ ਪੁਆਇੰਟਡ ਐਂਡ ਨੂੰ ਅਸੀਂ ਕਹਿੰਦੇ ਹਾਂ ਹੈਡ ਆਫ ਦਾ ਵੈਕਟਰ। ਔਰ ਜਿਹੜਾ ਆ ਵਾਲਾ ਐਂਡ ਹੈ, ਜਿਹੜਾ ਬਲੰਟ ਐਂਡ ਹੈ, ਮਤਲਬ ਇਸ ਪਾਰਟਿਕੂਲਰ ਪਾਰਟ ਨੂੰ ਅਸੀਂ ਕਹਿੰਦੇ ਹਾਂ ਟੇਲ ਆਫ ਦਾ ਵੈਕਟਰ। ਤਾਂ ਵੈਕਟਰ ਦੇ ਲਈ ਦੋ ਚੀਜ਼ਾਂ ਨੇ, ਇੱਕ ਹੈ ਉਹਦਾ ਹੈਡ ਔਰ ਦੂਸਰਾ ਹੈ ਉਸਦਾ ਟੇਲ। और जी पूरी दी पूरी लंबाई है
ए की रिप्रेजेंट करेगी उसका मैग्नीट्यूड। तो जिधर ਨੂੰ ਹੈਡ ਪੁਆਇੰਟ ਆਊਟ ਕਰ ਰਿਹਾ ਹੈ that will be the direction of vector। ਹੁਣ ਅਗਰ ਇਸ ਵੈਕਟਰ ਨੂੰ ਮੈਂ ਇਸ ਤਰ੍ਹਾਂ ਕਰ ਦਿਆਂ ਤਾਂ ਮੈਗਨੀਟਿਊਡ ਤਾਂ ਹੀ ਰਿਹਾ, but now the direction is in the upward direction। ਅਗਰ ਇਸ ਤਰਫ ਕਰ ਦਈਏ ਤਾਂ direction will be towards your left, ਮੇਰੇ towards right। ਤਾਂ ਇਸ ਤਰ੍ਹਾਂ ਅਸੀਂ ਵੈਕਟਰਸ ਨੂੰ ਰਿਪਰੈਜ਼ੈਂਟ ਕਰਦੇ ਹਾਂ। ਤਾਂ ਅੱਜ ਅਸੀਂ ਸ਼ੁਰੂ ਕਰਦੇ ਹਾਂ ਕਿ ਬਈ ਇਹ ਜਿਹੜੇ ਵੈਕਟਰਸ ਨੇ ਇਹਨਾਂ ਦੇ ਬੇਸਿਕਸ ਕੀ ਨੇ। ਸਭ ਤੋਂ ਪਹਿਲਾਂ ਜਿਹੜੀ ਅਸੀਂ ਡਿਸਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਕੁਝ ਫੰਡਾਮੈਂਟਲ ਡੈਫੀਨੇਸ਼ਨਸ ਡਿਫਾਈਨ ਕਰਨ ਜਾ ਰਹੇ ਹਾਂ ਅਬਾਊਟ ਦਾ ਵੈਕਟਰਸ। ਤਾਂ ਚਲੋ ਸ਼ੁਰੂ ਕਰਦੇ ਹਾਂ। ਹਾਂਜੀ ਬੱਚਿਓ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਕਟਰ ਜਿਹੜਾ ਹੈ ਉਸ ਨੂੰ ਅੱਛੀ ਤਰ੍ਹਾਂ ਸਮਝਣ ਦੇ ਲਈ ਸਾਨੂੰ ਕੁਝ ਫੰਡਾਮੈਂਟਲ ਡੈਫੀਨੇਸ਼ਨਸ ਸਮਝਣੀਆਂ ਪੈਣੀਆਂ ਨੇ ਵੈਕਟਰ ਐਲਜਬਰਾ ਦੇ ਵਿੱਚ। ਤਾਂ ਸਭ ਤੋਂ ਪਹਿਲੀ ਜਿਹੜੀ ਵੈਕਟਰ ਦੀ ਟਾਈਪ ਅਸੀਂ ਸਮਝਣੀ ਹੈ that is ਪੋਜੀਸ਼ਨ ਵੈਕਟਰ। ਬਈ ਇਹ ਪੋਜੀਸ਼ਨ ਵੈਕਟਰ ਕੀ ਹੁੰਦਾ? ਤਾਂ ਦੇਖੋ ਸਾਡੇ ਲਈ ਕੋਆਰਡੀਨੇਟ ਸਿਸਟਮ ਹੈ ਸੇ XY, ਔਰ ਇਸ XY ਕੋਆਰਡੀਨੇਟ ਸਿਸਟਮ ਦੇ ਵਿੱਚ ਇਸ ਪਲੇਨ ਦੇ ਵਿੱਚ ਕੋਈ ਆਬਜੈਕਟ ਜਿਹੜਾ ਹੈ ਉਹ ਸਪੋਜ਼ ਉਰੇ ਹੈ ਜਾਂ ਉਹਦੀ ਸਥਿਤੀ ਉਰੇ ਹੈ, ਅਸੀਂ ਉਹਨੂੰ ਦੱਸਣਾ ਹੈ ਕਿ ਕਿੱਥੇ ਹੈ। ਤਾਂ ਅਸੀਂ origin ਤੋਂ ਸ਼ੁਰੂ ਕਰਦੇ ਹਾਂ ਔਰ origin ਤੋਂ ਉਸ ਪੁਆਇੰਟ ਨੂੰ ਜੁਆਇਨ ਕਰ ਦਿੰਨੇ ਹਾਂ। ਠੀਕ ਹੈ, ਤਾਂ ਤੁਸੀਂ ਦੇਖੋ ਆ ਜਿਹੜਾ O ਪੁਆਇੰਟ ਹੈ ਤੇ P ਪੁਆਇੰਟ ਹੈ, O ਤੋਂ P ਤੱਕ ਦੀ ਜਿਹੜੀ ਦੂਰੀ ਹੈ ਇਹ ਸਾਨੂੰ ਉਸ ਦੀ ਸਥਿਤੀ ਦਾ ਮੈਗਨੀਟਿਊਡ ਦਿੰਦੀ ਹੈ, ਉਸ ਦੀ ਦੂਰੀ ਦਾ ਮੈਗਨੀਟਿਊਡ ਦਿੰਦਾ ਹੈ। ਔਰ ਜਦੋਂ ਮੈਂ ਇਸ ਤਰ੍ਹਾਂ ਐਰੋ ਲਗਾਤਾ ਤਾਂ ਇਹ ਮੈਨੂੰ ਡਾਇਰੈਕਸ਼ਨ ਦੱਸੇਗਾ ਕਿ ਇਸ ਤਰਫ ਡਾਇਰੈਕਟਡ ਹੈ। ਤਾਂ ਆ ਜਿਹੜਾ ਤੁਹਾਡਾ OP ਵੈਕਟਰ ਬਣ ਗਿਆ, ਇਸ OP ਵੈਕਟਰ ਨੂੰ ਅਸੀਂ ਬੋਲਾਂਗੇ ਪੋਜੀਸ਼ਨ ਵੈਕਟਰ। ਕੀ ਬੋਲਣਾ ਹੈ? ਪੋਜੀਸ਼ਨ ਵੈਕਟਰ। ਆਮ ਤੌਰ ਤੇ ਜਿਹੜਾ ਪੋਜੀਸ਼ਨ ਵੈਕਟਰ ਹੈ ਉਸ ਨੂੰ ਅਸੀਂ ਸਿੰਬਲ R ਦੇ ਨਾਲ ਡਿਨੋਟ ਕਰਾਂਗੇ। ਤਾਂ ਇਸ ਨੂੰ ਅਸੀਂ OP ਵੈਕਟਰ ਨੂੰ ਅਸੀਂ ਲਿਖ ਦਾਂਗੇ R ਵੈਕਟਰ ਦੇ ਬਰਾਬਰ। ਅੱਛਾ, ਤੁਸੀਂ ਅੱਗੇ ਜਾ ਕੇ ਦੇਖੋਗੇ ਕਿ ਇਸ ਪੋਜੀਸ਼ਨ ਵੈਕਟਰ ਨੂੰ ਜਦੋਂ ਦੇਖੋ ਅਸੀਂ O ਤੋਂ P ਤੱਕ ਗਏ ਤਾਂ ਉਰੋਂ ਦੀ ਉਰੇ ਤੱਕ ਅਲੋਂਗ x ਐਕਸਿਸ ਗਏ ਹੋਵਾਂਗੇ, ਤਾਂ ਇਹ x ਕੋਆਰਡੀਨੇਟ ਹੋ ਗਿਆ। ਫਿਰ ਉਰੋਂ ਦੀ ਉਰੇ ਤੱਕ ਅਲੋਂਗ y ਐਕਸਿਸ ਗਏ ਹੋਵਾਂਗੇ, ਤਾਂ ਇਹ ਇਸ ਪੋਜੀਸ਼ਨ ਵੈਕਟਰ P ਦਾ y ਕੋਆਰਡੀਨੇਟ ਹੋ ਗਿਆ। ਤਾਂ ਅੱਗੇ ਜਾ ਕੇ ਜਦੋਂ ਅਸੀਂ ਯੂਨਿਟ ਵੈਕਟਰਸ ਨੂੰ ਡਿਫਾਈਨ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਅਸੀਂ ਪੋਜੀਸ਼ਨ ਵੈਕਟਰ ਨੂੰ ਐਕਸਪ੍ਰੈਸ ਕਰਾਂਗੇ ਇਨ ਟਰਮਸ ਆਫ x ਐਂਡ y ਅਲੋਂਗ ਵਿਦ ਦਾ ਡਾਇਰੈਕਸ਼ਨਲ ਕਨਸੈਪਟ ਆਲਸੋ। ਉਹ ਥੋੜੀ ਦੇਰ ਨੂੰ ਸਮਝਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਪੋਜੀਸ਼ਨ ਵੈਕਟਰ ਨੂੰ ਡਿਫਾਈਨ ਕਰਨਾ ਹੈ। ਪੋਜੀਸ਼ਨ ਵੈਕਟਰ ਬੜਾ ਸਿੰਪਲ ਹੈ, ਤੁਹਾਨੂੰ ਸਮਝ ਆ ਗਿਆ। ਇਟ ਇਜ਼ that ਵੈਕਟਰ which tells us about the position of a object or particle। ਹੁਣ ਜਿਹੜੀ ਦੂਜੀ ਸਾਡੇ ਲਈ ਡੈਫੀਨੇਸ਼ਨ ਹੈ ਵੈਕਟਰਸ ਉਹ ਹੈ ਡਿਸਪਲੇਸਮੈਂਟ ਵੈਕਟਰ। ਡਿਸਪਲੇਸਮੈਂਟ ਵੈਕਟਰ ਦੇਖੋ, ਹੁਣ ਸਪੋਜ਼ ਮੈਂ ਫੇਰ ਤੋਂ ਇਸ ਪਲੇਨ ਨੂੰ ਪਕੜਦਾ ਔਰ ਇਸ ਪਲੇਨ ਦੇ ਵਿੱਚ ਸਪੋਜ਼ ਆ ਪੁਆਇੰਟ ਆਫ ਇੰਟਰਸੈਕਸ਼ਨ x ਤੇ y ਦਾ origin ਹੈ। ਮੰਨ ਲਓ ਕੋਈ ਆਬਜੈਕਟ ਇਨੀਸ਼ੀਅਲੀ ਇਸ ਪੋਜੀਸ਼ਨ ਤੇ ਹੈ, ਇਸ ਪੋਜੀਸ਼ਨ ਨੂੰ ਅਸੀਂ ਲਿਖ ਦਿੰਨੇ ਆ P1। ਠੀਕ ਹੈ ਜੀ, ਤਾਂ ਉਸ ਆਬਜੈਕਟ ਦਾ ਪੋਜੀਸ਼ਨ ਵੈਕਟਰ ਹੋ ਜਾਏਗਾ OP1 ਵੈਕਟਰ। OP1 ਵੈਕਟਰ ਨੂੰ ਅਸੀਂ ਲਿਖ ਦਾਂਗੇ R1 ਵੈਕਟਰ ਦੇ ਬਰਾਬਰ। ਠੀਕ ਹੈ ਜੀ, ਬਹੁਤ ਵਧੀਆ, ਸਮਝ ਆ ਗਿਆ ਤੁਹਾਨੂੰ ਸਾਰਿਆਂ ਨੂੰ। ਇਸੇ ਤਰ੍ਹਾਂ ਮੰਨ ਲਓ ਥੋੜੀ ਦੇਰ ਬਾਅਦ ਇਹ ਵਾਲਾ ਜਿਹੜਾ ਪਾਰਟੀਕਲ ਹੈ ਜਿਸ ਦੀ ਇਨੀਸ਼ੀਅਲੀ ਪੋਜੀਸ਼ਨ ਆ ਸੀਗੀ, ਕੁਝ ਸਮੇਂ ਬਾਅਦ ਇਹ ਸਾਨੂੰ ਇੱਥੇ ਮਿਲਦਾ ਹੈ ਇਸ ਲੋਕੇਸ਼ਨ ਤੇ, ਲੋਕੇਸ਼ਨ P2। ਤਾਂ ਹੁਣ ਅਸੀਂ ਕਹਾਂਗੇ ਕਿ ਜੀ ਇਸ ਦਾ ਪੋਜੀਸ਼ਨ ਵੈਕਟਰ ਹੈ OP2 ਵੈਕਟਰ। ਬੋਲੋ ਠੀਕ ਹੈ, OP2 ਵੈਕਟਰ। ਪੋਜੀਸ਼ਨ ਬਦਲ ਗਈ ਨਾ, ਪਹਿਲਾਂ ਇੱਥੇ ਸੀਗਾ ਫਿਰ ਡਿਸਪਲੇਸ ਹੋ ਕੇ ਇੱਥੇ ਆ ਗਿਆ, ਸ਼ਿਫਟ ਹੋ ਕੇ ਇੱਥੇ ਆ ਗਿਆ। ਤਾਂ ਹੁਣ ਇਸ ਪੋਜੀਸ਼ਨ ਵੈਕਟਰ ਨੂੰ ਅਸੀਂ ਲਿਖਣਾ ਹੈ R2 ਵੈਕਟਰ ਦੇ ਬਰਾਬਰ। ਤਾਂ OP2 ਵੈਕਟਰ ਨੂੰ ਅਸੀਂ ਲਿਖਾਂਗੇ R2 ਵੈਕਟਰ। ਹਾਂਜੀ, ਤਾਂ P2 ਪੋਜੀਸ਼ਨ ਜਦੋਂ ਆ ਗਈ ਤਾਂ ਇਸ ਪੋਜੀਸ਼ਨ ਤੇ ਜਦੋਂ ਪਹੁੰਚਿਆ ਤਾਂ ਪੋਜੀਸ਼ਨ ਵੈਕਟਰ ਨੂੰ ਅਸੀਂ ਕੀ ਲਿਖਾਂਗੇ OP2 ਵੈਕਟਰ। OP2 ਵੈਕਟਰ ਨੂੰ ਅਸੀਂ ਲਿਖ ਦਿੱਤਾ R2 ਵੈਕਟਰ ਦੇ ਬਰਾਬਰ। ਇਸ ਦਾ ਮਤਲਬ ਹੈ ਜਿਹੜਾ ਪਾਰਟੀਕਲ ਹੈ P1 ਤੋਂ ਸ਼ਿਫਟ ਹੋ ਕੇ P2 ਤੇ ਆ ਗਿਆ। ਕਿੰਨਾ ਡਿਸਪਲੇਸ ਹੋਇਆ? ਤਾਂ ਇਹਦਾ ਆਨਸਰ ਹੈ ਇੰਨਾ ਡਿਸਪਲੇਸ ਹੋ ਗਿਆ ਜੀ। ਇਹ ਕਿੰਨਾ ਹੈ? ਇਸ ਨੂੰ ਅਸੀਂ ਲਿਖ ਲੈਂਦੇ ਆ R12 ਵੈਕਟਰ। ਬੋਲੋ ਠੀਕ ਹੈ। ਔਰ ਇਸ ਨੂੰ ਅਸੀਂ ਲਿਖਾਂਗੇ P1
P2 ਵੈਕਟਰ ਜਿਹਨੂੰ ਬਰਾਬਰ ਲਿਖ ਰਹੇ ਹਾਂ R12 ਵੈਕਟਰ। ਇਹ ਜਿਹੜਾ ਸ਼ਿਫਟ ਹੋਇਆ ਇਸ ਨੂੰ ਅਸੀਂ ਬੱਚਿਓ ਬੋਲਾਂਗੇ ਡਿਸਪਲੇਸਮੈਂਟ ਵੈਕਟਰ। ठीक है, समझ आ गया, बहुत वधिया। तो ये असी वैक्टर्स दी इनिशियल डेफिनेशंस दित्तियां ने कि दो बेसिक तरह के वैक्टर्स तो सानू पता ही होने चाहिए ने। एक हुंदा है पोजीशन वैक्टर ते दूसरा हुंदा है डिसप्लेसमेंट वैक्टर। हुण अगर मैं तुहानू ये दसां मोटे मोटे तौर ते जिहड़े वैक्टर्स ने वो दो तरह के हुंदे ने। देयर आर बेसिकली टू टाइप्स ऑफ वैक्टर्स, टू टाइप्स ऑफ वैक्टर्स। एक हुंदे ने बच्चों साडे लवे पोलर वैक्टर्स। किहड़े वैक्टर्स? पोलर वैक्टर्स। ओ वाले वैक्टर्स, दोज वैक्टर्स which have a starting point or a point of application। ਉਹ ਵਾਲੇ ਵੈਕਟਰਸ ਜਿਨ੍ਹਾਂ ਦਾ ਕੋਈ ਸਟਾਰਟਿੰਗ ਪੁਆਇੰਟ ਹੁੰਦਾ ਹੈ ਜਾਂ ਕੋਈ ਪੁਆਇੰਟ ਆਫ ਐਪਲੀਕੇਸ਼ਨ ਹੁੰਦਾ ਹੈ, ਉਹਨਾਂ ਵੈਕਟਰਸ ਨੂੰ ਅਸੀਂ ਪੋਲਰ ਵੈਕਟਰਸ ਕਹਿੰਦੇ ਹਾਂ। ਇਹਨਾਂ ਦੀਆਂ ਐਗਜ਼ਾਮਪਲਸ ਸਮਝਦੇ ਹਾਂ। ਲਾਈਕ डिस्प्लेसमेंट वेक्टर, वेलोसिटी वेक्टर, फोर्स एटसैक्ट्रा। ये जिन्ने भी वैक्टर्स ने इन्हां नूं असीं पोलर वैक्टर्स कहांगे। देखो जिवें असीं इस एग्जांपल्स च डिस्कस करदे हां भी असीं उरों दी चल के इत्थे गए तां आ साडा स्टार्टिंग पॉइंट हो गया और पॉइंट ऑफ एप्लीकेशन इत्थे है, मतलब उरों दी इत्थे तक शिफ्ट होया ना। तां आ जिहड़ा वैक्टर है डिसप्लेसमेंट वैक्टर, इस नूं असीं कहांगे पोलर वैक्टर। मतलब ये सानू एक पर्टिकुलर लाइन दे अलोंग एक्ट हुंदा है नजर आंदा है। ठीक है जी, समझ आ गया तुहानू? ओके। दूसरे जिहड़े टाइप ऑफ वैक्टर्स हुंदे ने उन्हां नू असीं कहने आ एक्सियल वैक्टर्स। हुण एक्सियल वैक्टर्स किहड़े हुंदे ने? दोज वैक्टर्स विच रिप्रेजेंट रोटेशनल इफेक्ट, जिहड़े रोटेशनल इफेक्ट नू रिप्रेजेंट करते हैं एंड एक्ट अलोंग द एक्सिस इन अकॉर्डेंस विथ राइट हैंड स्क्रू रूल are called axial vectors। मतलब ये है बच्चों ਉਹ ਵਾਲੇ ਵੈਕਟਰਸ ਜਿਨ੍ਹਾਂ ਦਾ ਰੋਟੇਸ਼ਨਲ ਇਫੈਕਟ ਹੁੰਦਾ ਹੈ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਇਨ ਅਕੋਰਡੈਂਸ ਵਿਦ ਰਾਈਟ ਹੈਂਡ ਸਕਰੂ ਰੂਲ ਜਾਂ ਰਾਈਟ ਹੈਂਡ ਥੰਬ ਰੂਲ। ਇਹੋ ਜਿਹੇ ਵੈਕਟਰਸ ਨੂੰ ਅਸੀਂ ਐਕਸੀਅਲ ਵੈਕਟਰਸ ਕਹਿੰਦੇ ਹਾਂ। ਦੇਖੋ ਅਸੀਂ ਅੱਗੇ ਜਾ ਕੇ ਇਹਨਾਂ ਦੀਆਂ ਐਗਜ਼ਾਮਪਲਸ ਵੀ ਸਮਝਾਂਗੇ। ਹਾਲ ਫਿਲਹਾਲ ਮੈਂ ਤੁਹਾਨੂੰ ਡੈਫੀਨੇਸ਼ਨ ਦੱਸ ਰਿਹਾ। ਹੋ ਸਕਦਾ ਇੰਨਾ ਜ਼ਿਆਦਾ ਇਹ ਸਮਝ ਨਾ ਵੀ ਆਵੇ ਕਿਉਂਕਿ ਥੋੜਾ ਜਿਹਾ ਕਨਸੈਪਟ ਬਿਲਡ ਕਰਨ ਨੂੰ ਹੋਰ ਟਾਈਮ ਚਾਹੀਦਾ ਹੈ। ਜਿਵੇਂ ਇੱਕ ਟਰਮ ਆਏਗੀ ਸਾਡੇ ਲਈ ਐਂਗੂਲਰ ਵੈਲੋਸਿਟੀ, ਇੱਕ ਟਰਮ ਆਏਗੀ ਸਾਡੇ ਲਈ ਟਾਰਕ, ਇੱਕ ਟਰਮ ਆਏਗੀ ਸਾਡੇ ਲਈ ਐਂਗੂਲਰ ਮੋਮੈਂਟਮ, ਇੱਕ ਟਰਮ ਆਏਗੀ ਸਾਡੇ ਲਈ ਐਂਗੂਲਰ ਐਕਸਲਰੇਸ਼ਨ। ਤਾਂ ਇਹ ਜਿੰਨੀਆਂ ਵੀ ਟਰਮਸ ਨੇ ਇਹ ਸਾਰੀਆਂ ਟਰਮਸ ਜਿਹੜੀਆਂ ਨੇ ਇਹ ਰੋਟੇਸ਼ਨਲ ਇਫੈਕਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਔਰ ਇਹਨਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਰਾਈਟ ਹੈਂਡ ਥੰਬ ਰੂਲ ਦੇ ਨਾਲ ਅਸੀਂ ਫਾਈਂਡ ਆਊਟ ਕਰਦੇ ਹਾਂ। ਤਾਂ ਇਹਨਾਂ ਵੈਕਟਰਸ ਨੂੰ ਅਸੀਂ ਕਹਾਂਗੇ ਐਕਸੀਅਲ ਵੈਕਟਰਸ। ਤਾਂ ਫੰਡਾਮੈਂਟਲੀ ਵੈਕਟਰਸ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੀ ਹੁੰਦੇ ਨੇ, ਇੱਕ ਹੁੰਦੇ ਨੇ ਪੋਲਰ ਤੇ ਇੱਕ ਹੁੰਦੇ ਨੇ ਐਕਸੀਅਲ। ਪੋਲਰ ਉਹ ਹੁੰਦੇ ਨੇ ਜਿਨ੍ਹਾਂ ਦਾ ਇੱਕ ਸਟਾਰਟਿੰਗ ਪੁਆਇੰਟ ਹੈ ਤੇ ਕਿਸੇ ਪੁਆਇੰਟ ਤੇ ਜਾ ਕੇ ਟਰਮੀਨੇਟ ਹੋ ਰਹੇ ਨੇ ਜਾਂ ਕਿਸੇ ਖਾਸ ਜਗ੍ਹਾ ਤੇ ਐਕਟ ਕਰ ਰਹੇ ਨੇ, ਜਿਵੇਂ ਡਿਸਪਲੇਸਮੈਂਟ, ਵੈਲੋਸਿਟੀ, ਫੋਰਸ ਵਗੈਰਾ ਵਗੈਰਾ, ਇਹ ਸਾਰਿਆਂ ਨੂੰ ਪੋਲਰ ਵੈਕਟਰਸ ਕਹਾਂਗੇ। ਐਕਸੀਅਲ ਵੈਕਟਰਸ ਜਿਹੜੇ ਰੋਟੇਸ਼ਨਲ ਇਫੈਕਟ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਰਾਈਟ ਹੈਂਡ ਥੰਬ ਰੂਲ ਦੇ ਨਾਲ ਅਸੀਂ ਫਾਈਂਡ ਆਊਟ ਕਰਾਂਗੇ, ਉਹਨਾਂ ਨੂੰ ਅਸੀਂ ਐਕਸੀਅਲ ਵੈਕਟਰਸ ਕਹਾਂਗੇ। ਔਰ ਇਹਨਾਂ ਦੀਆਂ ਕੁਝ ਐਗਜ਼ਾਮਪਲਸ ਵੀ ਮੈਂ ਲਿਖੀਆਂ ਨੇ। ਜਿਵੇਂ ਜਿਵੇਂ ਹੁਣ ਮੈਂ ਅੱਗੇ ਜਾ ਕੇ ਤੁਹਾਨੂੰ ਜਦੋਂ ਵੈਕਟਰਸ ਸਮਝਾਣੇ ਸ਼ੁਰੂ ਕਰਨੇ ਨੇ ਡਿਟੇਲ 'ਚ ਤਾਂ ਇਹ ਵੀ ਨਾਲ ਨਾਲ ਦੱਸੀ ਜਾਇਆ ਕਰਨਾ ਹੈ ਵੀ ਕਿਹੜਾ ਪੋਲਰ ਵੈਕਟਰ ਹੈ ਔਰ ਕਿਹੜਾ ਐਕਸੀਅਲ ਵੈਕਟਰ ਹੈ। ਅੱਛਾ, ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਬਈ ਇਹ ਜਿਹੜਾ ਵੈਕਟਰ ਟਰਮ ਹੈ ਇਹਦਾ ਕੀ ਮਤਲਬ ਹੈ। ਤਾਂ ਲੈਟਿਨ ਦੇ ਵਿੱਚ
इन लैटिन वैक्टर का मतलब हुंदा है कैरियर। वैक्टर मीन्स कैरियर भी जिहड़ा सानू एक जगह तो दूजी जगह तक लेके जावे, दिशा दिखावे। ठीक है, सो दैट इज द मीनिंग ऑफ वैक्टर। चलो एनीवे हुण असीं कुछ होर इंपॉर्टेंट टर्म्स जिहड़ियां ने वो डिस्कस करनियां शुरू करते हैं। हाँ जी, तो कुछ होर डेफिनेशंस ने जिहड़ियां समझनियां बहुत जरूरी ने वैक्टर अलजेब्रा नूं अच्छी तरह समझण दे लई। सब तो पहली टर्म असीं डिफाइन करनी है बई इक्वल वैक्टर्स की हुंदे ने। तो देखो मैं एक वैक्टर बनाया, सपोज आह, इसनूं मैं लिखदा हाँ ए वैक्टर। हुण देखो जदों ए वैक्टर लिखिया तो उरों दी लंबाई इहदी उरों तक है, तो आ लंबाई जिहड़ी है इहदा मैग्नीट्यूड रिप्रेजेंट करती है और डायरेक्शन इहदी टूवर्ड्स राइट है। ठीक है जी। इसे तरह मैं एक होर वैक्टर बनाता रिप्रेजेंट कर रहा जिहदी लेंथ सेम है और जिहदी डायरेक्शन ए वैक्टर दे अलोंग है। इसनूं असीं लिख दिंदे हाँ बी वैक्टर। तो हुण असीं कहांगे कि ये दोनों वैक्टर्स इक्वल ने। क्यों इक्वल ने बई? क्योंकि इन्हां दोनों दा मैग्नीट्यूड भी सेम है ते डायरेक्शन भी सेम है। तो इहो जिहे वैक्टर्स नूं असीं इक्वल वैक्टर्स कहने आ। अगली जिहड़ी डेफिनेशन है वो है नेगेटिव ऑफ ए वैक्टर। हुण अगर इसे तरह मैं ए वैक्टर नूं पहला रिप्रेजेंट करता लाइक दिस, पर जिहड़ा बी वैक्टर है उसनूं मैं इस तरह रिप्रेजेंट कर दिना लाइक दिस। हुण देखो ए ते बी दा मैग्नीट्यूड तां बराबर है, बट ए दी डायरेक्शन टूवर्ड्स राइट है, बी दी डायरेक्शन टूवर्ड्स लेफ्ट है। तो असीं बोलांगे कि जिहड़ा जी बी वैक्टर है वो नेगेटिव है वैक्टर ए दा। बोलो ठीक है, समझ आंदी है गल। इत्थे की सीगा ए वैक्टर बी दे बराबर सीगा और उरे हुण बी वैक्टर नेगेटिव ऑफ ए वैक्टर दे बराबर है। हुण अगली गल जिहड़ी असीं करनी है वो है मॉडुलस ऑफ ए वैक्टर। ये जिहड़ा मॉडुलस वर्ड है ना, इहदे तो तुसीं शायद पहला भी जानकारी रखी हुई है। मॉडुलस का मतलब हुंदा मैग्नीट्यूड। तो किसी भी वैक्टर का जदों मॉडुलस लिखना है तो उन्होंने असीं इस तरह लिखिया करांगे। वैक्टर लिख के उहदे साइड्स ते दो इस तरह बार्स लगा दिया करांगे, दिस इज मॉडुलस ऑफ ए वैक्टर। और ये सिर्फ मैग्नीट्यूड नूं रिप्रेजेंट करता है। हुण इहनूं कैलकुलेट किवें करना है वो जिवें जिवें असीं अगे वधांगे उत्थे असीं डिस्कस करते जावांगे। अच्छा, जरूरी नहीं कि असीं हमेशा जदों मैग्नीट्यूड लिखना है तो इस तरह लिखांगे। इसनूं असीं सिंपली इस तरह भी लिख सकते हैं। जो किसी वैक्टर का मैग्नीट्यूड लिखना है तो तुसीं सिंपली इस तरह भी लिख सकते हो। ओके जी। अगली गल जिहड़ी है वो है यूनिट वैक्टर। ये सब तो ज्यादा इंपॉर्टेंट डेफिनेशन है यूनिट वैक्टर। हुण यूनिट वैक्टर की हुंदा है तो मैं तुहानूं दसां कि कोई भी वैक्टर है उन्हों कंप्लीटली एक्सप्रैस करन दे लई सानूं दो चीज़ां चाहीदियां ने। वी रिक्वायर टू थिंग्स। एक हुंदा है उसका मैग्नीट्यूड ते दूसरा हुंदा है डायरेक्शन। मतलब अगर एक वैक्टर नूं एक्सप्रैस करना है, लाइक सपोज एक वैक्टर लिखिया ए, तो वैक्टर ए दे विच दो चीज़ां होणगियां। एक होएगा उहदा मैग्नीट्यूड, मैग्नीट्यूड नूं असीं लिखांगे मॉडुलस दे नाल, और फिर इसे वैक्टर दी डायरेक्शन दस्सण दे लई असीं एक होर टर्म डिफाइन कर रहे हाँ जिसनूं असीं बोलदे हाँ ए कैप। देखो मैनू इत्थे लिखदा ए कैप, या इनू असीं लिखदे हाँ ए हैट। हुण जिहड़ा ए कैप है या ए हैट है इसदा मैग्नीट्यूड 1 हुंदा है। मैग्नीट्यूड 1 हुंदा है मतलब मैग्नीट्यूड यूनिट हुंदा है। ठीक है जी। एंड इट्स डायरेक्शन is along the original vector। भाई जिस डायरेक्शन च ओरिजिनल वेक्टर है उसे डायरेक्शन च ए दी दिशा हुंदी है। लाइक देखो हुण अगर मैं लिखा इस तरह एक वेक्टर से ए वेक्टर है तो
ਜਦੋਂ A ਵੈਕਟਰ ਨੂੰ ਐਕਸਪ੍ਰੈਸ ਕਰਨਾ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ ਨੇ। ਇੱਕ ਤਾਂ ਹੋਇਆ ਮੈਗਨੀਟਿਊਡ ਤਾਂ ਉਰੋਂ ਦੀ ਲੈ ਕੇ ਉਰੇ ਤੱਕ ਦੀ ਲੰਬਾਈ ਹੋਗੀ, ਦੂਜੀ ਹੋਗੀ ਡਾਇਰੈਕਸ਼ਨ। ਤਾਂ ਡਾਇਰੈਕਸ਼ਨ ਅਲੋਂਗ ਦਿਸ ਸਾਈਡ ਹੈ। ਹੁਣ ਇਹ ਕਿਹੜੀ ਸਾਈਡ ਹੈ? ਤਾਂ ਇਹ ਹੋ ਸਕਦਾ ਹੈ x ਐਕਸਿਸ ਹੋਵੇ, ਇਹ ਹੋ ਸਕਦਾ ਹੈ y ਐਕਸਿਸ ਹੋਵੇ, ਇਹ ਹੋ ਸਕਦਾ ਹੈ z ਐਕਸਿਸ ਹੋਵੇ। ਠੀਕ ਹੈ ਜੀ, ਓਕੇ। ਤਾਂ ਦੇਖਦੇ ਹਾਂ, ਸਪੋਜ਼ ਤਾਂ ਪਹਿਲਾਂ ਇਹ ਗੱਲ ਸਮਝੋ ਕਿ ਵੈਕਟਰ A ਨੂੰ ਐਕਸਪ੍ਰੈਸ ਕਰਨਾ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ ਨੇ। ਇੱਕ ਚਾਹੀਦਾ ਹੈ ਮੈਗਨੀਟਿਊਡ ਤੇ ਦੂਸਰਾ ਚਾਹੀਦਾ ਹੈ ਡਾਇਰੈਕਸ਼ਨ। ਆ ਜਿਹੜਾ A ਕੈਪ ਹੈ ਇਸ ਨੂੰ ਅਸੀਂ ਬੋਲਦੇ ਹਾਂ ਯੂਨਿਟ ਵੈਕਟਰ। ਹੁਣ ਅਗਰ ਮੈਂ ਤੁਹਾਡੇ ਸਾਹਮਣੇ ਇੱਕ 3 ਡਾਇਮੈਂਸ਼ਨਲ ਪਲੇਨ ਬਣਾਉਣਾ, 3 ਡਾਇਮੈਂਸ਼ਨਲ ਪਲੇਨ, ਕੋਈ ਵੈਕਟਰ ਹੈ, ਉਹਦੀ ਡਾਇਰੈਕਸ਼ਨ ਅਲੋਂਗ x ਐਕਸਿਸ ਲਿਖਣੀ ਹੈ ਤਾਂ ਅਸੀਂ ਕੀ ਕਰਾਂਗੇ, ਇਸ ਡਾਇਰੈਕਸ਼ਨ 'ਚ ਇੱਕ ਯੂਨਿਟ ਵੈਕਟਰ ਡਿਫਾਈਨ ਕਰ ਦਾਂਗੇ। ਔਰ ਇਹ ਜਿਹੜਾ ਵੈਕਟਰ ਹੈ ਇਹਦਾ ਮੈਗਨੀਟਿਊਡ 1 ਹੋਏਗਾ ਬਟ ਡਾਇਰੈਕਸ਼ਨ ਹੋਏਗੀ ਅਲੋਂਗ x ਐਕਸਿਸ। ਤਾਂ ਇਸ ਨੂੰ ਅਸੀਂ ਨਾਮ ਦੇ ਦੇਣਾ ਹੈ i ਕੈਪ। ਠੀਕ ਹੈ ਜੀ, ਸਮਝ ਆ ਗਿਆ, ਬਹੁਤ ਵਧੀਆ। ਇਸੇ ਤਰ੍ਹਾਂ ਅਗਰ ਆਹ ਵਾਲੀ ਡਾਇਰੈਕਸ਼ਨ ਹੈ y, ਵੈਕਟਰ ਦੀ ਡਾਇਰੈਕਸ਼ਨ ਇਸ ਤਰਫ ਦੱਸਣੀ ਹੈ ਤਾਂ ਅਸੀਂ ਇੱਕ ਯੂਨਿਟ ਵੈਕਟਰ ਡਿਫਾਈਨ ਕਰ ਦਾਂਗੇ, ਉਸ ਦਾ ਨਾਮ ਅਸੀਂ ਰੱਖ ਦਾਂਗੇ j ਕੈਪ। ਔਰ ਅਗਰ ਇੱਕ ਵੈਕਟਰ ਅਲੋਂਗ z ਐਕਸਿਸ ਪੁਆਇੰਟ ਆਊਟ ਕਰ ਰਿਹਾ ਹੈ ਤਾਂ ਉਹਦੀ ਡਾਇਰੈਕਸ਼ਨ ਨੂੰ ਦੱਸਣ ਦੇ ਲਈ ਇੱਕ ਯੂਨਿਟ ਵੈਕਟਰ ਡਿਫਾਈਨ ਕਰਾਂਗੇ ਅਲੋਂਗ z ਐਕਸਿਸ, ਉਹਨੂੰ ਅਸੀਂ ਲਿਖਾਂਗੇ k ਕੈਪ। ਤਾਂ ਇੱਥੇ ਅਸੀਂ ਲਿਖਤਾ k ਕੈਪ। ਤਾਂ ਬੋਲੋ i ਕੈਪ ਕੀ ਹੈ? ਯੂਨਿਟ ਵੈਕਟਰ ਅਲੋਂਗ x एक्सिस। जे कैप की है यूनिट वेक्टर अलोंग y एक्सिस और k कैप की है यूनिट वेक्टर अलोंग z एक्सिस। तो ये i j ते k इन्हां दा जिहड़ा मैग्नीट्यूड है कि मैग्नीट्यूड वो बच्चों कितना हुंदा है? यूनिट दा मतलब है 1, यूनिट का की मतलब है 1। और डायरेक्शन किधर होएगी? तो आई कैप दी डायरेक्शन किधर है जी? अलोंग एक्स एक्सिस। जे कैप दी डायरेक्शन किधर है? अलोंग वाई एक्सिस। के कैप दी डायरेक्शन किधर है? अलोंग जेड एक्सिस। तो हुन मैं लिखिया ए वेक्टर इक्वल मॉडुलस ऑफ ए मल्टीप्लाइड बाय ए कैप। हुन ए कैप की है? यूनिट वेक्टर जिहड़ा वेक्टर ए दी डायरेक्शन च होएगा। तो अगर मान लो मैनू ये पता होवे कि वेक्टर ए इज एक्टिंग अलोंग एक्स एक्सिस तो मैं इत्थे आई कैप लिख दांगा। वेक्टर ए इज एक्टिंग अलोंग वाई एक्सिस तो इत्थे जे कैप लिख दांगे। वेक्टर ए इज एक्टिंग अलोंग जेड एक्सिस तो इत्थे के कैप लिख देवांगे। तो इस तरह असी यूनिट वेक्टर नू डिफाइन किया है। तो कोई भी वेक्टर है उन्होंने एक्सप्रेस करांगे with the help of its magnitude as well as direction। तो वेक्टर A equals modulus of वेक्टर A multiplied by A cap। तो जिहड़ा बच्चों A cap है ये हो जाएगा वेक्टर itself divided by its modulus। वेक्टर itself divided by its modulus। तो आ साडी डेफिनेशन बन गई यूनिट वेक्टर दी। आई होप तुहानू ये गल समझ आई है। हुण असीं गल करदे हां फिक्स्ड वेक्टर। बई फिक्स्ड वेक्टर की हुंदा? तो आंसर है इट इज अ वेक्टर whose original point is fixed। ओरिजिनल पॉइंट इज फिक्स्ड। जिवें असीं गल करी बई डिस्प्लेसमेंट वेक्टर है तो सपोज आ O है आ P है तो डिस्प्लेसमेंट वेक्टर जदों भी असी डिफाइन करांगे विद रिस्पेक्ट टू ओरिजिन डिफाइन करांगे तो दैट मीन्स इहदा ओरिजिन हमेशा इत्थे ही रहेगा। तो इसनूं असी कहांगे फिक्स्ड वेक्टर। ठीक है जी। अगला जिहड़ा वेक्टर है वो है फ्री वेक्टर। फ्री वेक्टर की हुंदा है? तो आंसर है वो वेक्टर जिसनूं असी एक जगह तो चक के बिना ओदी मैग्नीट्यूड ते डायरेक्शन च चेंज लियाते दूसरी जगह ते लेके जा सकीए। एग्जाम्पल के तौर पर जिवें असी गल करते हैं एक ऑब्जेक्ट मूव कर रहा है अलोंग ए स्ट्रेट लाइन पाथ तो ये डिस्टेंस कवर कर रहा है इन यूनिट टाइम। अच्छा, जिन्नी इहदी डिस्टेंस होएगी उन्नी ही इस दी डिस्प्लेसमेंट होएगी। तो डिस्प्लेसमेंट पर यूनिट टाइम उन्होंने असी कहांगे वेलोसिटी वेक्टर। तो हुण जिहड़ा वेलोसिटी वेक्टर है चाहे तुसी इस इंटरवल का लै लो, चाहे इस इंटरवल का लै लो, चाहे किसी होर इंटरवल का लै लो, उसकी वैल्यू हमेशा की रहेगी? सेम रहेगी। पर तुसीं देखो एक बारी मैं वेलोसिटी वेक्टर इत्थे देखिया, एक बारी इत्थे देखिया, एक बारी इत्थे देखिया, मतलब उन्होंने चक के उरों दी उरे लै गया, उरों दी उरे ला गया, तां भी उहदे मैग्नीट्यूड ते डायरेक्शन च कोई फर्क नहीं पएगा। तो इहो जिहे वैक्टर्स नूं असीं फ्री वैक्टर्स कहने हां।
अगला जिहड़ा टर्म है वो है कोलीनियर वैक्टर्स। कोलीनियर वैक्टर्स किहड़े हुंदे ने, नाम तो ही क्लीयर है, वो वाले वैक्टर्स जिहड़े अलोंग सेम लाइन एक्ट कर रहे ने। लाइक जिवें एक वैक्टर है ए और एक वैक्टर है बी, इन्हां दोनों का लाइन ऑफ एक्शन सेम है, तो इहो जिहे वैक्टर्स नूं बच्चों असीं कोलीनियर वैक्टर्स कहांगे, या असीं इन्हां नूं पैरेलल वैक्टर्स भी कह सकते हाँ। दे कैन ऑल्सो बी टर्म्ड एज पैरेलल वैक्टर्स। अच्छा, हुण अगर एक वैक्टर इस तरफ एक्ट कर रहा है और दूसरा वैक्टर इस तरफ एक्ट कर रहा है, तो ये भी तो कोलीनियर ने, क्योंकि इन्हां दा लाइन ऑफ एक्शन सेम है, बट ये वाले वैक्टर्स पैरेलल नहीं हैगे, तो इहो जिहे वैक्टर्स नूं असीं कहांगे एंटी पैरेलल वैक्टर्स। ठीक है जी। उस तो बाद जिहड़ी अगली टर्म असीं समझनी है वो है कोप्लेनर वैक्टर्स। बई कोप्लेनर वैक्टर्स किहड़े हुंदे ने, तो सपोज दो वैक्टर्स ने, एक है वैक्टर ए और दूसरा है वैक्टर बी, इको ही प्लेन च एक्ट कर रहे ने, दो तो ज्यादा भी हो सकते ने, तो इहो जिहे वैक्टर्स नूं असीं कहने आ कोप्लेनर वैक्टर्स। मीनस वो वाले वैक्टर्स जिहड़े सेम प्लेन च एक्ट करते ने। देन वी हैव गॉट को इनिशियल वैक्टर्स। हुण अगर इन्हां ही वैक्टर्स नूं लवां तां इन्हां दोनां दा इनिशियल पॉइंट कॉमन है, तो इहो जिहे जिन्ने भी वैक्टर्स जिन्हां दा कॉमन ओरिजिन हुंदा है, इहो जिहे वैक्टर्स नूं को इनिशियल वैक्टर्स कहा जाता है। देन द लास्ट टर्म इज को टर्मिनस वैक्टर्स। टर्मिनस का मतलब खत्म होना, टर्मिनल। तो आ एक पॉइंट है, इसमें असीं पॉइंट ऑफ एप्लीकेशन करने आ। लेट अस सपोज एक ऑब्जेक्ट है, हुण इस ऑब्जेक्ट ते कोई ऑब्जेक्ट इधरों फोर्स लगा रहा है से F1 वैक्टर, कोई इधरों फोर्स लगा रहा है से F2 वैक्टर, कोई इधरों फोर्स लगा रहा है से F3 वैक्टर, कोई इधरों फोर्स लगा रहा है से F4 वैक्टर। तो हुण बहुत सारिया फोर्सेस अलग अलग डायरेक्शंस तो इस जगह ते कॉमनली एक्ट करके टर्मिनेट हो रही ने, तो इन्हू असीं कहांगे, इन्हां वैक्टर्स नूं असीं कहांगे को टर्मिनस वैक्टर्स। राइट। तो ये तुहानूं मैं कुछ फंडामेंटल जिहां डेफिनेशंस दित्तियां ने अबाउट कि वैक्टर्स की हुंदे ने, किन्ने तरह दे हुंदे ने। ओके, एक होर जिहड़ा वैक्टर असीं पढ़ना है दैट इज जीरो वैक्टर। जीरो वैक्टर बई ये हुण जीरो वैक्टर की हुंदा है। देखो, एक तो असीं पढ़िया यूनिट वैक्टर, हुण असीं पढ़ रहे हैं जीरो वैक्टर। जीरो वैक्टर इज एज इंपॉर्टेंट एज यूनिट वैक्टर। ठीक है। जीरो वैक्टर की हुंदा है, तो इनू सिंबलाइज कर दें, एक लिख लेनी है तुहाने जीरो, उहदे उपर पा देना है एरो, तो ये बन गया जीरो वैक्टर। हुण जीरो वैक्टर इज दैट वैक्टर whose magnitude is zero but direction is arbitrary। आरबिट्रेरी का मतलब है कि किहो जिहा वैक्टर है जिहदा मैग्नीट्यूड तो जीरो है बट इहदे लवे कोई ना कोई डायरेक्शन होएगी ही होएगी, तो इनू जीरो वैक्टर कहंदे आ। हुण इस जीरो वैक्टर की डिटेल डिस्कशन आपां अगले लेक्चर दे विच करांगे। तो बच्चों, हुण तुसीं देखिया कि जिहड़े वैक्टर्स ने उन्हां नूं असीं किहड़ियां टर्मिनोलॉजीज दित्तियां होईयां ने, किन्ने टाइप्स हुंदे ने वैक्टर्स दे। बाकी सारिया डेफिनेशंस तो ठीक ने, दो वैक्टर्स बहुत जरूरी ने जिहड़े तुसीं बाय हार्ट याद कर लेने ने। एक हुंदा है यूनिट वैक्टर और दूसरा हुंदा है जीरो वैक्टर। अगली जिहड़ी साडी क्लास आएगी उस दे विच असीं इस जीरो वैक्टर की जरूरत की है उस नूं डिस्कस करांगे। तां अज लई इन्ना बहुत है, बाकी आपां नेक्स्ट सेशन च डिस्कस करांगे। थैंक यू वेरी मच।